ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤੀਸਰਾ ਅਧਿਆਇ। ਬਹੁ ਵਿਕਾਰ ਹੈ ਲਾਡ ਮੈਂ, ਤਾੜਨ ਮੈਂ ਅਬਕਾਰ। ਤਾ ਤੇ ਸੁਤ ਅਰ ਸਿੱਖ ਕੋ, ਤਾੜਨ ਬਹੁ ਗੁਣਕਾਰ। ਬਹੁ ਵਿਕਾਰ ਹੈ ਲਾਡ ਮੈਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਾਣਕੇ ਰਿਸ਼ੀ ਜੀ ਤੀਸਰਾ ਅਧਿਆਇ ਪ੍ਰਾਰੰਭ ਕਰਦੇ ਹੋਏ ਕਿ ਹੁਣ ਪੁੱਤਰ ਲਈ ਕੀ ਨਿਯਮ ਹਨ, ਸਿੱਖ ਲੈਣ ਵਾਲੇ ਸਿੱਖ ਨੂੰ ਕਿਸ ਪ੍ਰਕਾਰ ਜਿਹੜੀ ਹੈ ਸਿੱਖਿਆ ਦੇਣੀ ਹੈ, ਗੁਰੂ ਨੇ ਕਿਵੇਂ ਰੱਖਣਾ, ਉਹ ਦੱਸ ਰਹੇ ਹਨ। 2 ਅਧਿਆਏ ਹੋ ਚੁੱਕੇ ਆ, ਅੱਜ ਤੀਸਰਾ ਅਧਿਆਇ ਪ੍ਰਾਰੰਭ ਕੀਤਾ। ਬੜਾ ਹੀ ਸੋਹਣਾ ਇਹ ਉਪਦੇਸ਼ ਆ। ਬਹੁ ਵਿਕਾਰ ਹੈ ਲਾਡ ਮੈਂ, ਤੀਸਰਾ ਅਧਿਆਇ ਦੋਹਰਾ ਹੈ। ਤੇ ਹੁਣ ਅਰਥ ਸ਼ੁਰੂ ਕਰਦੇ, ਕਹਿੰਦੇ ਬਹੁ ਬੱਚੇ ਨੂੰ ਜਿਹੜਾ ਲੋੜ ਤੋਂ ਜ਼ਿਆਦਾ ਪਿਆਰ ਕਰਨਾ, ਇਹਦੇ ਵਿੱਚ ਤੇ ਬਹੁਤ ਹੀ ਵੱਡਾ ਜਿਹੜਾ ਦੋਸ਼ ਆ, ਵਿਕਾਰ, ਕਲੇਸ਼ ਆ, ਦੋਸ਼, ਬੁਰਾਈਆਂ, ਖਰਾਬੀਆਂ। ਬਹੁਤ ਅਰਥ ਬਹੁਤੇ, ਮਤਲਬ ਬਹੁਤੇ ਕਲੇਸ਼, ਬੁਰਾਈਆਂ, ਖਰਾਬੀਆਂ ਤੋਂ ਹੈ। ਕਾਹਦੇ ਵਿੱਚ? ਲਾਡ ਵਿੱਚ। ਪੁੱਤਰ ਨੂੰ ਵੀ ਤੇ ਸਿੱਖ ਨੂੰ, ਦੋਵਾਂ ਦਾ ਸਾਂਝਾ ਹੀ ਉਪਦੇਸ਼। ਜਿਹੜਾ ਉਹਨਾਂ ਨੂੰ ਲਾਡ ਵਿੱਚ ਰੱਖਣਾ ਨਾ, ਇਹ ਤੇ ਬਹੁਤ ਮਾੜਾ ਆ, ਦੋਸ਼ ਇਹਦੇ ਵਿੱਚ। ਤਾੜਨ ਮੈਂ ਅਬਕਾਰ, ਤੇ ਤਾੜਨ ਵਿੱਚ, ਡਾਂਟਣ ਵਿੱਚ। ਡਾਂਟਣ ਵਿੱਚ ਕੋਈ ਜਿਹੜਾ ਅਬਕਾਰ ਕਹੀਏ, ਬੁਰਾਈ ਨਹੀਂ ਹੈ, ਕੋਈ ਖਰਾਬੀ, ਦੋਸ਼ ਨਹੀਂ ਹੈ। ਵਿਕਾਰ ਨਾਮ ਦੋਸ਼, ਆ ਨਾਮ ਨਹੀਂ, ਕੋਈ ਦੋਸ਼ ਨਹੀਂ ਹੈ। ਤਾੜਨ ਵਿੱਚ ਕੋਈ ਦੋਸ਼ ਨਹੀਂ ਸਿੱਖ ਨੂੰ ਤੇ ਪੁੱਤਰ ਨੂੰ। ਉਹਨਾਂ ਪਹਿਲਾਂ ਇੱਦਾਂ ਲਿਖਿਆ ਵਾ ਵੀ ਬਹੁਤ ਬੇਕਾਰ ਹੈ ਲਾਡ। ਫਿਰ ਕਹਿੰਦੇ ਲਾਡ ਕਰਨ ਵਿੱਚ ਤੇ ਬਹੁਤਾ ਹੀ ਬੇਕਾਰ ਆ ਨਾ, ਬਹੁਤ ਦੋਸ਼ ਆ। ਤਾੜਨ ਵਿੱਚ ਕੋਈ ਦੋਸ਼ ਨਹੀਂ। ਇਹ ਹਰੇਕ ਮੁੱਦੇ ਦੀ ਗੱਲ ਸਮਝ ਲਓ ਤੁਸੀਂ, ਕਥਾ ਵਿੱਚ ਵੀ ਇਸੇ ਤਰ੍ਹਾਂ ਹੀ ਸਮਝ ਲਓ। ਜਿਹੜਾ ਮਿੱਠੀਆਂ ਫਿੱਕੀਆਂ ਮਾਰਦੇ ਰਹਿਣਾ ਤੇ ਮੈਨੂੰ ਲੋਕ ਸੁਣਦੇ ਰਹਿਣ, ਮੇਰੇ ਨਾਲ ਜੁੜੇ ਰਹਿਣ, ਤੇ ਉਹਨਾਂ ਦੇ ਪੱਖ ਦੀਆਂ ਗੱਲਾਂ ਸੁਣਾਉਂਦੇ ਰਹਿਣਾ, ਪਰ ਮਾਰਥ ਦੀ ਗੱਲ ਦੱਸਣੀ ਨਾ। ਇਹ ਤੇ ਕਹਿਣਾ ਇਹਨੇ ਵੀ ਜੇ ਕੂਕਰ ਜੂਠਣ ਮਹਿ ਪਾਏ, ਜੇ ਤਨ ਬਾਣੀ ਵਿਸਜ, ਜੇ ਪੱਕਾ ਰੋਗੀ ਵਿਰਲਾਏ। ਕਹਿਣਾ ਵੀ ਨਹੀਂ, ਆਈ ਜਾਓ, ਪਾਠ ਜਿੰਨਾ ਹੁੰਦਾ ਥੋੜ੍ਹਾ ਕਰ ਲਓ, ਕੋਈ ਗੱਲ ਨਹੀਂ ਆ। ਇੱਦਾਂ ਨਹੀਂ, ਵੱਧ ਤੋਂ ਵੱਧ ਬਾਣੀ ਦਾ ਉਪਦੇਸ਼ ਕਰਨਾ, ਜ਼ਿਆਦਾ ਪੜ੍ਹਨਾ, ਤੇ ਇਹਦੇ ਵਿੱਚ ਕੋਈ ਲਿਹਾਜ਼ ਨਾ ਕਰਨਾ। ਤਾੜਨ ਮੈਂ ਅਬਕਾਰ, ਤਾੜਨ ਵਿੱਚ ਕੋਈ ਦੋਸ਼ ਨਹੀਂ ਹੈ, ਡਾਂਟਣ ਵਿੱਚ ਕੋਈ ਦੋਸ਼ ਨਹੀਂ ਹੈ। ਅਬਕਾਰ ਦਾ ਅਰਥ ਔਗਣ ਹੀ ਹੁੰਦਾ ਵਾ, ਕਿ ਕੋਈ ਔਗਣ ਨਹੀਂ ਹੈ। ਤੇ ਵਿਕਾਰ ਦਾ ਅਰਥ ਹੁੰਦਾ ਜਿਹੜਾ ਔਗਣ ਹੀ ਔਗਣ ਆ ਲਾਡ ਪਿਆਰ ਵਿੱਚ। ਤਾਂ ਤੇ ਸੁਤ ਅਰ ਸਿੱਖ ਕੋ, ਇਸ ਕਰਕੇ, ਤਾਂ ਤੇ ਕਹੀਏ ਇਸ ਕਰਕੇ, ਇਸ ਲਈ। ਸੁਤ ਪੁੱਤਰ ਅਤੇ ਸਿੱਖ ਨੂੰ, ਸਿੱਖ ਕੋ, ਸਿੱਖ ਨੂੰ, ਨੌਕਰ ਚਾਕਰ ਦਾਸ ਨੂੰ। ਤਾੜਨ ਬਹੁ ਗੁਣਕਾਰ, ਜਿਹੜਾ ਤਾੜਨਾ ਡਾਂਟਣਾ ਹੈ ਬਹੁਤ ਗੁਣਕਾਰੀ ਆ, ਲਾਭਕਾਰੀ ਆ, ਫਾਇਦੇਮੰਦ ਆ। ਇਹਦਾ ਭਾਵ ਇਹ ਹੀ ਆ ਕਿ ਮਤਲਬ ਡਾਂਟਣ ਦਾ ਮਤਲਬ ਹੀ ਇੰਨਾ ਹੀ ਆ ਕਿ ਨਿਯਮਾਂ ਨੂੰ ਚੇਤੇ ਰੱਖੇ ਹੈ, ਤੇ ਮਤਲਬ ਜਿਹੜੇ ਅਸੂਲ ਹੈ ਉਹਨਾਂ ਵਿੱਚ ਕੋਈ ਸਿੱਖ ਨੂੰ ਤੇ ਪੁੱਤਰ ਨੂੰ ਕੋਈ ਲਿਹਾਜ਼ ਨਹੀਂ।
ਉਹਦਾ ਨੂੰ ਪੜ੍ਹਾਉਣਾ ਲਿਖਾਉਣਾ ਸਾਰੀ ਸੁਵਿਧਾ ਦੇਣੀ, ਉਹਦੇ ਪ੍ਰੇਮ ਨਹੀਂ ਦੇਣੀ ਆ। ਪਰ ਜੇ ਉਹ ਗਲਤੀਆਂ ਕਰਦਾ ਫਿਰ ਉਹਦਾ ਕੋਈ ਲਿਹਾਜ਼ ਨਹੀਂ ਹੈ। ਚਾਣਕ ਰਿਸ਼ੀ ਨੇ ਤਾਂ ਉੱਦਾਂ ਇਹ ਵੀ ਨਹੀਂ ਕਿਹਾ ਵੀ ਇੱਦਾਂ ਨਹੀਂ ਇੱਦਾਂ ਕਰੋ, ਜੋ ਸਹੀ ਲਿਖਿਆ ਉਹ ਤਾਂ ਇਹੋ ਹੀ ਹੈ, ਬਹੁਤ ਬੇਕਾਰ ਹੈ ਲਾਡਵੇਂ। ਸੱਚ ਵਿੱਚ ਜਿਹੜੇ ਬਹੁਤੇ ਚੋਚੂ ਕਰਦੇ ਨਾ, ਹਾਂ ਮੇਰਾ ਪੁੱਤ ਅਖੀਰੀ ਉਹ ਪੁੱਤ, ਫਿਰ ਬਹੁਤ ਜਿਹੜਾ ਜੀਵਨ ਵਿੱਚ ਤਾਰੇ ਦਿਖਾਉਂਦਾ। ਜੇ ਜਿਹਨੂੰ ਤਾੜਿਆ ਹੁੰਦਾ, ਮਾਰ ਵੱਜੀ ਹੁੰਦੀ ਮਾਤਾ ਪਿਤਾ ਦੀ ਜਾਂ ਗੁਰੂ ਦੀ ਸਿੱਖ ਨੂੰ, ਉਹ ਬੜੀ ਗੁਣਕਾਰੀ। ਫਿਰ ਉਹ ਸਿੱਖ ਕਹਿੰਦਾ ਭਾਈ ਆਪਾਂ ਤੇ ਆਪਣੇ ਗੁਰੂ ਦੀ ਮਾਰ ਖਾਧੀ ਤੇ ਅੱਜ ਆਪਾਂ ਮੰਜ਼ਿਲ 'ਤੇ ਪਹੁੰਚੇ। ਜੇ ਗੁਰੂ ਨਾ ਤਾੜਦਾ ਅੱਜ ਇੱਥੇ ਨਾ ਪਹੁੰਚਦੇ। ਸਿੱਧਾ ਜਿਹਾ ਅਰਥ ਇਹ ਵੀ ਲਾਡ ਲੋਡ ਬਹੁਤਾ ਨਹੀਂ ਕਰਨਾ ਚਾਹੀਦਾ। ਲਾਡ ਨਾਲ ਤੇ ਸਾਧ ਸੰਗਤ ਜੀ ਜਿਹੜਾ ਝਗੜਾ ਹੀ ਆ, ਵਿਗਾੜ ਹੀ ਆ। ਕਈ ਚੁੱਕ ਕੇ ਅਰਥ ਸਿੱਧਾ ਲੈ। ਗੁਰੂ ਸਾਹਿਬ ਨੇ ਵੇਖੋ ਕਿਵੇਂ ਪ੍ਰੇਮ ਕੀਤਾ, ਇਹ ਤਾਂ ਚਾਣਕ ਰਿਸ਼ੀ ਮੁਤਾਬਕ ਨਹੀਂ। ਇੱਥੇ ਤੇ ਆਪਾਂ ਉਸਨੇ ਚਾਣਕੇ ਜੀ ਨੇ ਜਿਵੇਂ ਸਾਡੇ ਆਮ ਗ੍ਰਹਿਸਥੀ ਜੀਵਨ ਦੀ ਜਿਹੜੀ ਗੱਲਾਂ ਆ ਨਾ, ਉਹਦੇ ਹਿਸਾਬ ਨਾਲ ਲਿਖਿਆ ਇੱਥੇ, ਕਿਉਂਕਿ ਇਹ ਪ੍ਰਤੱਖ ਹੀ ਆਪਾਂ ਅੱਜ ਵੇਖ ਰਹੇ ਹਾਂ। ਜਿਨ੍ਹਾਂ ਨੇ ਲਾਡ ਬਹੁਤਾ ਕੀਤਾ ਫਿਰ ਉਸ ਸਮੇਂ ਹੀਰੋਇਨ ਕਈ ਕੁਝ ਪੀਣ ਡੇ, ਜਿਨ੍ਹਾਂ ਨੇ ਤਾੜਿਆ ਮੁਹੱਥੜਾਂ ਨੇ ਤੇ ਉਹ ਵਿਚਾਰੇ ਦਿਹਾੜੀ ਪੂਰੀ ਕਰਕੇ ਆਪਣੇ ਰੋਟੀ ਕਮਾਉਣ ਡੇ। ਜਿਹੜੇ ਸਿੱਖਾਂ ਨੂੰ ਕਿ ਉਸਤਾਦ ਦੀ ਮਾਰ ਵੱਜੀ, ਉਹ ਬਾਣੀ ਵੱਧ ਪੜ੍ਹਦੇ ਸੇਵਾ ਕਰਦੇ ਆ, ਤੇ ਜਿਨ੍ਹਾਂ ਨੂੰ ਨਹੀਂ ਕੋਈ ਮਾਰ ਵੱਜੀ ਉਹ ਤੇ ਆਲਸੀ ਤੇ ਆਪਣੇ ਸੰਤਾਂ ਬਾਬਿਆਂ ਨੇ ਇੱਦਾਂ ਤੁਰੇ ਫਿਰਦੇ, ਕੋਈ ਪਾਠ ਨੇਮ ਨਹੀਂ। ਸਾਰਾ ਸਿਆਪਾ ਲਾਟ ਦਾ ਹੀ ਆ। ਇਸ ਕਰਕੇ ਤਾੜਨਾ ਬਹੁਤ ਗੁਣਕਾਰੀ, ਬੜਾ ਲਾਭਕਾਰੀ ਆ। 5 ਬਰਖ ਤੱਕ ਲਾਡ ਹੈ, ਬਿਲਕੁਲ ਸਹੀ ਕਹਿੰਦੇ ਹੈ। ਹੁਣ ਨਿਯਮ ਅਨੁਸਾਰ ਡਾਂਟਣਾ ਵੀ ਦੱਸ ਰਹੇ ਹੈ। ਕਹਿੰਦੇ ਵੀ 5 ਵਰ੍ਹੇ ਤੱਕ ਜਿਹੜਾ ਲਾਡ ਪਿਆਰ ਚਾਚੂ ਕਰਨਾ ਇਹ ਠੀਕ ਹੈ। ਤਾੜਨ ਮੈਂ ਖਟਮ ਹੈ ਤੇ ਖਟਮ ਹੈ ਕਿ 6ਵੇਂ ਦੇ ਵਿੱਚ 6 ਸਾਲ 'ਚ ਉਸ ਨੂੰ ਤਾੜਨਾ ਹੀ ਠੀਕ ਆ, ਘੂਰਨਾ ਹੀ ਚੰਗਾ, ਨਹੀਂ ਤੇ ਵਿਗੜ ਜਾਏਗਾ। ਪੁੱਤਰ ਮਿੱਤਰ ਤਬ ਹੋਤ ਹੈ, ਕਿਉਂਕਿ ਕਹਿੰਦੇ ਪੁੱਤਰ ਜਿਹੜਾ ਵਾ ਤਬ ਕਹੀਏ ਤਦੋਂ ਜਾਂ ਉਦੋਂ ਮਿੱਤਰ ਹੋ ਜਾਂਦਾ, ਮਿੱਤਰ ਹੁੰਦਾ ਹੈ ਜਾਂ ਮਿੱਤਰ ਹੋ ਜਾਂਦਾ ਕਦੋਂ, ਜਬ ਖੋੜਸ ਤੱਕ ਜਾਏ, ਜਦੋਂ ਉਹ ਖੋੜਸ ਕਹੀਏ 16 ਸਾਲ ਦੀ ਉਮਰ ਤੱਕ ਜਾਏ, ਚਲਿਆ ਜਾਵੇ। ਜਦੋਂ 16 ਸਾਲਾਂ ਦਾ ਹੋ ਜਾਵੇ ਉਦੋਂ ਉਹ ਜਿਹੜਾ ਹੈ ਪੁੱਤਰ ਨਹੀਂ ਰਹਿੰਦਾ, ਮਿੱਤਰ ਭਾ ਬਰਾਬਰ ਦਾ ਹੋ ਜਾਂਦਾ। ਫਿਰ ਹੱਥੀ ਪੈਣਾ ਸ਼ੁਰੂ ਕਰ ਦਿੰਦਾ। ਪਹਿਲਾਂ ਹੀ ਉਹਦੀ ਸੇਵਾ ਜਿਹੜੀ ਹੁੰਦੀ ਰਹੇ, ਮਤਲਬ ਕਹਿਣ ਦਾ ਉਹ ਠੀਕ ਆ, ਬਾਅਦ 'ਚ ਸੰਭਾਲਣਾ ਔਖਾ ਹੋ ਜਾਂਦਾ ਹੈ। ਦੋਹਰਾ ਤਬ ਲਗ ਵਿਦਿਆ ਕੋ ਪੜਾ, ਤਬ ਲਗ ਵਿਦਿਆ ਕੋ ਪੜੈ। ਹੁਣ ਤਬ ਲਗ ਵਿਦਿਆ ਕੋ ਪੜਿਆ, ਤਬ ਲਗ ਪਾਵ ਤਬ ਤੱਕ ਲਗ ਇੱਕ ਅੱਗੇ ਨੂੰ ਸਿਹਾਰੀ, ਵਿਦਿਆ ਪਾਠ ਵਾਵੇ ਸਿਹਾਰੀ, ਦੱਦਾ ਪਾਉਣਾ ਜਈਆ ਕਰਨਾ, ਇਹ ਸ਼ੁੱਧ ਪਾਠ ਆ। ਵਾਵੇ ਉੱਤੇ ਅਧਿਕ ਜਈਆ ਪੂਰਾ ਕਰਨਾ, ਇਹ ਸ਼ੁੱਧ ਪਾਠ ਨਹੀਂ। ਤਬ ਲਗ ਵਿਦਿਆ ਕੋ ਪੜ੍ਹੈ, ਕਈ ਥਾਂ 'ਤੇ ਪੜ੍ਹੋ ਪਾਠ ਹੁੰਦਾ ਵੀ ਤਬ ਲਗ ਵਿਦਿਆ ਕੋ ਪੜ੍ਹੋ, ਵਿਦਿਆ ਨੂੰ ਤਦ ਤੱਕ ਪੜ੍ਹੋ ਨਹੀਂ। ਇਹ ਤੇ ਤਬ ਲਗ ਵਿਦਿਆ ਕੋ ਪੜ੍ਹੇ ਪਾਠ ਮੁੱਖ ਪਾਠ ਹੈ, ਸ਼ੁੱਧ ਪਾਠ। ਉਹਦਾ ਅਰਥ ਆਪਣੇ ਆਪ ਹੀ ਪੜ੍ਹੇ ਦਾ ਅਰਥ ਹੁੰਦਾ ਪੜ੍ਹਦੇ ਰਹੋ ਜਦ ਤੱਕ ਸਰੀਰ ਵਿੱਚ, ਕਹਿੰਦੇ ਅਰਥ ਵਾਸਤੇ। ਜਬ ਲਗ ਘਟ ਮੈਂ ਪ੍ਰਾਨ, ਕਹਿੰਦੇ ਸਿੱਧਾ ਅਰਥ ਵੀ ਤਦ ਤੱਕ ਵਿਦਿਆ ਨੂੰ ਪੜ੍ਹਦਾ ਰਹੇ। ਹਾਂਜੀ, ਕੋਈ ਸਿੱਖਿਆ
ਵਿਦਿਆਰਥੀ ਵੀ ਕੋਈ ਤਾਲੀਮ ਸਿੱਖਿਆ ਹੁਨਰ ਗਿਆਨ ਪ੍ਰਾਪਤੀ ਵਾਸਤੇ ਕੋਈ ਹੁਨਰ ਕਲਾ ਸਿੱਖਣ ਵਾਸਤੇ ਪ੍ਰਾਪਤ ਕਰਦਾ ਰਹੇ, ਵਿਦਿਆ ਨੂੰ ਪੜ੍ਹਦਾ ਰਹੇ। ਕਦੋਂ ਤੱਕ ਜਬ ਲਗ ਘਟ ਮੈਂ ਪ੍ਰਾਣ, ਜਬ ਲਗ ਜਦੋਂ ਤੱਕ ਘਟ ਮੈਂ, ਘਟ ਕਹੀਏ ਸਰੀਰ ਵਿੱਚ ਪ੍ਰਾਣ। ਘਟ ਇੱਥੇ ਹਿਰਦੇ ਦਾ ਨਾਮ ਨਹੀਂ ਹੈ, ਘਟ ਇੱਥੇ ਸਰੀਰ ਦਾ ਨਾਮ ਹੈ। ਵੀ ਜਿੰਨਾ ਚਿਰ ਸਰੀਰ 'ਚ ਪ੍ਰਾਣ ਉਹਨਾਂ ਚਿਰ ਮਤਲਬ ਕੁਝ ਨਾ ਕੁਝ ਪ੍ਰਾਪਤੀ ਗਿਆਨ ਵਾਸਤੇ ਕਰਦਾ ਹੀ ਰਹੇ। ਜਾਹੇ ਧਨੀ ਪਹੁੰਚੇ ਨਹੀਂ, ਜਾਹੇ ਧਨੀ, ਜਿੱਥੇ ਪੈਸੇ ਵਾਲਾ ਆਦਮੀ ਵੀ ਨਹੀਂ ਕਹਿੰਦੇ ਪੁੱਜ ਸਕਦਾ, ਪਹੁੰਚਾ ਚਿਰ ਦਲਾਵਾਂ। ਜਾਹੇ ਦਾ ਅਰਥ ਹੁੰਦਾ ਜਿੱਥੇ, ਠੀਕ ਹੈ ਜੀ। ਕਹਿੰਦੇ ਜਿੱਥੇ ਵੀ ਧਨੀ ਪੁਰਸ਼ ਜਿਹੜਾ ਸ਼ਾਹੂਕਾਰ ਧਨਾਢ ਪਹੁੰਚ ਨਹੀਂ ਨਾ ਸਕਦਾ, ਤਹ ਪਹੁੰਚੇ ਵਿਦਵਾਨ, ਉੱਥੇ ਵਿਦਵਾਨ ਪੜ੍ਹਿਆ ਹੋਇਆ ਵਿਦਿਆ ਪੜ੍ਹਨ ਵਾਲਾ ਮਨੁੱਖ ਸੌਖਾ ਹੀ ਪਹੁੰਚ ਜਾਂਦਾ। ਧਨਾਢ ਪੁਰਸ਼ ਜਿਹੜਾ ਕਿੰਨਾ ਕਿੰਨਾ ਪੈਸਾ ਲਾ ਕੇ ਦੇਸ਼ਾਂ ਵਿਦੇਸ਼ਾਂ ਦੀ ਜਾਣਦੇ, ਜਿਹੜੇ ਕਥਾਵਾਚਕ ਨੀ ਮਹਾਂਪੁਰਸ਼ ਆ ਉਹ ਫਰੀ ਆ ਵੀ ਲੋਕ ਸੱਦ ਲੈਂਦੇ ਉੱਦਾਂ ਹੀ ਚੱਲ ਜਾਂਦੇ ਦੇਸ਼ਾਂ ਵਿਦੇਸ਼ਾਂ ਵਿੱਚ। ਇਹ ਕੰਮ ਛੋਟੀ ਜਿਹੀ ਪ੍ਰਾਪਤੀ ਮੈਂ ਉੱਦਾਂ ਹੀ ਕਿਹਾ, ਅਸਲ ਵਿੱਚ ਇਹ ਕੋਈ ਪ੍ਰਾਪਤੀ ਨਹੀਂ ਹੈ ਬਾਹਰ ਬੂਰ ਜਾਣਾ। ਮਤਲਬ ਜਾਹੇ ਧਨੀ ਪਹੁੰਚੇ ਨੇ, ਜਿਹਦੇ ਸ਼ਾਹੂਕਾਰ ਨਹੀਂ ਨਾ ਪਹੁੰਚ ਸਕਦਾ ਉੱਥੇ ਵਿਦਵਾਨ ਵਿਦਿਆ 'ਚ ਮਾਹਰ ਹੁਨਰ ਕਲਾ ਵਾਲਾ ਪਹੁੰਚ ਜਾਂਦਾ ਹੈ। ਜਿਹਨੂੰ ਬ੍ਰਹਮ ਵਿਦਿਆ ਪ੍ਰਾਪਤ ਉਹਦੇ ਪਰਮੇਸ਼ਰ ਦੇ ਦੁਆਰ 'ਤੇ ਪਹੁੰਚ ਜਾਂਦਾ ਅਤੇ ਸ਼ਾਹੂਕਾਰ 'ਤੇ ਪਹੁੰਚ ਨਹੀਂ ਸਕਦਾ। ਇਸ ਪ੍ਰਕਾਰ ਹੀ ਤੁਸੀਂ ਸਮਝ ਲਓ। ਜਿਹੜੇ ਲੱਗ ਪਾਠ ਨਾ ਤਬ ਲੱਗ ਅਤੇ ਜਬ ਲੱਗ ਗੱਗਿਆਂ ਨੂੰ ਸਿਹਾਰੀ ਹੈ। ਸਾਧ ਸਿੰਧ ਦੋਨੋਂ ਅਚਲ, ਹੁਣ ਸਾਧੂ ਦੀ ਜਿਹੜੀ ਤੇ ਸਮੁੰਦਰ ਦੀ ਵੀ ਉਹ ਕਿੱਡੇ ਮਰਿਆਦਾ ਪੁਰਸ਼ੋਤਮ ਹੁੰਦੇ ਆ ਉਹਦੇ ਬਾਰੇ ਦੱਸ ਰਹੇ। ਸਾਧ ਕਹੀਏ ਜਿਹਨੇ ਮਨ ਦੀਆਂ ਵਾਸ਼ਨਾਵਾਂ 'ਤੇ ਕਾਬੂ ਪਾਇਆ ਹੋਇਆ, ਬੜਾ ਤਿਆਗੀ ਹੈ, ਜਿਹਨੇ ਸਾਧਿਆ ਹੋਇਆ ਸੰਸਾਰ ਦੇ ਮੋਹ ਵੱਲੋਂ ਆਪਣਿਆਂ ਨੂੰ, ਉਹਨੂੰ ਕਹੀਦਾ ਸਾਧੂ। ਜਿਸ ਸਾਧੂ ਬਾਰੇ ਮਾਰੇ ਕਹਿੰਦੇ ਸੋ ਨਮੀਤਾ, ਨਾਨਕ ਬਿਨਵੰਤਾ, ਸਾਧ ਜਨਾ ਕੀ ਅਚਰਜ ਕਥਾ, ਸਾਧ ਕੀ ਮਹਿਮਾ ਭੇਦ ਨਾ ਜਾਣੈ, ਜੇਤਾ ਸੁਣੈ ਤੇਤਾ ਬਖਿਆਨ ਹੈ। ਸਾਧ ਕੀ ਉਪਮਾ ਤੇ ਗੁਣ ਤੇ ਦੂਰ, ਸਾਧ ਕੀ ਉਪਮਾ ਰਹੀ ਭਰਪੂਰ, ਸੁਣ ਮਹਿਮਾ ਸਾਧੂ ਸੰਗ ਕੀ, ਸੁਣੋ ਮੇਰੇ ਮੀਤਾ, ਪਿੰਗਲ ਪਰਬਤ ਪਾਰ ਪਰੇ ਗੁਰ ਭੇਟ ਬਨੀਤਾ। ਐਸੇ ਸਾਧੂ ਕਹਿ ਲਓ, ਤਿਆਗੀ ਕਹਿ ਲਓ, ਸੰਤ ਕਹਿ ਲਓ, ਸ੍ਰੇਸ਼ਟ ਸੰਤ ਜਨ ਕਹਿ ਲਓ। ਸਾਧੂ ਤੇ ਸਿੰਧ ਕਹੀਏ ਸਮੁੰਦਰ, ਇਹ ਦੋਨੋਂ ਹੀ ਅਚਲ ਆ, ਨਾ ਚੱਲਣ ਵਾਲੇ ਨਾ ਹਿੱਲਣ ਵਾਲੇ, ਭਾਵ ਅਸਥਿਰ ਰਹਿਣ ਵਾਲੇ। ਨਾਮ ਰਹਿਓ ਸਾਧੂ ਰਹਿਓ ਗੁਰ ਗੋਬਿੰਦ। ਠੀਕ ਹੈ, ਇਸ ਹਿਸਾਬ ਨਾਲ ਦੋਨੋਂ ਅਚਲ ਆ। ਸਦਾ ਅੰਤ ਆਦ, ਸਦਾ ਅੰਤ ਭਾਵ ਆਦ ਤੋਂ ਚੁੱਕਣਾ ਅਰਥ, ਫਿਰ ਸਦਾ ਹੀ ਹਮੇਸ਼ਾ ਹੀ, ਜੋ ਆਦ ਕਹੀਏ ਸ਼ੁਰੂ ਤੋਂ ਅਖੀਰ ਤੱਕ, ਸਦਾ ਹੀ ਜਿਹੜੇ ਸੰਤ ਜਨ ਤੇ ਸਮੁੰਦਰ ਆ ਇੱਕੋ ਜਿਹੇ ਰਹਿੰਦੇ ਆ, ਸਥਰ ਰਹਿੰਦੇ ਆ, ਅਡੋਲ ਰਹਿੰਦੇ ਆ, ਅਚਲ ਰਹਿੰਦੇ ਆ, ਅਬਚਲ ਰਹਿੰਦੇ, ਕਦੀ ਹਿਲਦੇ ਨਹੀਂ। ਨਾਮ ਰਹੋ ਸਾਧੂ ਰਹੋ। ਜੋ ਕਦਾਂਚ ਬਹੁ ਚੱਲੇ ਵੀ, ਚੱਲੇ ਦੇ ਲੱਲੇ ਨੂੰ ਦਲਾਵਾਂ ਕਹੋ, ਜੋ ਕਦਾਂਚ ਉਹ ਚੱਲੇ ਵੀ, ਦਲਾਵਾਂ ਕਰ ਲੈਣੀਆਂ, ਲਾਵਾਂ ਨਹੀਂ। ਜੇਕਰ ਜੋ ਦਾ ਅਰਥ ਜੇਕਰ ਕਦੇ, ਕਦਾਂਚ ਕਹੀਏ ਕਦੇ, ਜੇਕਰ ਕਦੇ ਕਦਾਈ, ਬਹੁਤ ਚੱਲੇ ਵੀ ਉਛਲਣ ਵੀ, ਸਮੁੰਦਰ ਵੀ ਜਾਂ ਸਾਧੂ ਵੀ ਉਛਲੇ ਆਪਣੀ ਇੱਛਾ ਵਿੱਚ ਆ ਕੇ ਕੁਝ ਚਾਹੁਣ, ਤਉ ਨਾ ਤਜ ਹੈ ਮਰਿਆਦ, ਤਉ ਨਾ ਕਹੀਏ ਤਉ ਵੀ ਜਾਂ ਫੇਰ ਵੀ, ਤਦ ਵੀ,
ਤਦ ਵੀ ਉਹ ਆਪਣੀ ਜਿਹੜੀ ਮਰਿਆਦਾ ਨਿਯਮਾਂ ਵਾਲਾ ਸੁਭਾਅ ਆ ਨਹੀਂ ਛੱਡਦੇ। ਸੰਤ ਮਰਿਆਦਾ ਨਹੀਂ ਛੱਡਦੇ ਤੇ ਸਮੁੰਦਰ ਆਪਣੀ ਸੀਮਾ ਹੱਦ ਦਾਇਰਾ ਕਦੀ ਨਹੀਂ ਛੱਡਦਾ, ਸਗੋਂ ਆਪਣੀ ਹੱਦ ਵਿੱਚ ਹੀ ਰਹਿੰਦੇ ਹਨ। ਸੰਤ ਤੇ ਸਾਧ ਬਹੁਤ ਮਹਾਨ ਹੈ। ਆ ਸਮੁੰਦਰ ਕਿਤਨਾ ਵੀ ਉਛਲ ਜਾਵੇ ਪਰ ਕੰਢੇ ਤੋਂ ਬਾਹਰ ਨਹੀਂ ਹੁੰਦਾ। ਆ ਤੂਫਾਨ ਜਿਵੇਂ ਹੁਣ ਤੇ ਬਾਹਰ ਹੋਣ ਡਿਆ ਮੁੰਬਈ ਦੇ ਵਿੱਚ, ਮਤਲਬ ਉਹਦੀ ਨਿੱਤ ਦੀ ਕਿਰਿਆ ਵੇਖੋ। ਨਹੀਂ ਤੇ ਪਾਣੀ ਜ਼ਿਆਦਾ ਨੀਵਾਂ ਰਹਿੰਦਾ ਵੇਖੋ, ਫਿਰ ਵੀ ਸਮੁੰਦਰ ਤੇ ਬਾਹਰ ਵੀ ਨਹੀਂ ਆਉਂਦਾ। ਜਿੱਥੇ ਰੱਬ ਰਜਾਏ, ਰੱਬ ਦੀ ਰਜਾ ਸੀ। ਤੇ ਸੰਤ ਜਨ ਵੀ ਜੇਕਰ ਰਾਜ ਭਾਗ ਉੱਪਰ ਬੈਠ ਜਾਣ ਨਾ, ਤਾਂ ਪੁਰਾਣੇ ਬਸਤਰ ਪਹਿਨ ਕੇ ਭਿੱਖਿਆ ਮੰਗਦੇ ਹੋਣ, ਜਾਂ ਫਿਰ ਤਦ ਵੀ ਉਹ ਆਪਣੇ ਚਿੱਤ ਜਿਹੜਾ ਸ਼ਾਂਤ ਚਿੱਤ ਸੁਭਾਅ ਜਾਂ ਰੱਬ ਵੱਲੋਂ ਜਿਹੜੀ ਪ੍ਰੀਤੀ ਲੱਗੀ ਉਹ ਕਦੀ ਘਟਾਉਂਦੇ ਨਹੀਂ, ਸਦਾ ਚੱਲ ਰਹਿੰਦੇ। ਸ਼ੁਰੂ ਤੋਂ ਲੈ ਕੇ ਅਖੀਰ ਤੱਕ ਇੱਕ ਸਮਾਨ ਰਹਿੰਦੇ। ਸਮੁੰਦਰ 'ਚ ਦੇ ਸਾਧ 'ਚ ਬੜਾ ਵੱਡਾ ਗੁਣ ਆ, ਇਹ ਦੱਸਣ ਦਾ ਯਤਨ ਕਰ ਰਹੇ ਆ ਕਿ ਸਾਧ ਕੀ ਪਵਾਂ ਤੇ ਗੁਣ ਤੇ ਦੂਰ। ਸਾਧ ਨਾਮ ਤਾ ਕੇ ਨਿਰਮਲ ਕਰਮ। ਸਾਧੂ ਦੀ ਬੜੀ ਮਹਾਨ ਅਵਸਥਾ ਸੁਖਮਨੀ ਸਾਹਿਬ 'ਚ ਲਿਖੀ ਹੋਈ। ਮਰਿਆਦ ਪਾਠ ਆ ਸਹੀ। ਮਾਰਾ ਜਈਏ ਕੰਨਾ ਦੱਦੇ ਸਿਆਰੀ ਮਰਿਆਦ, ਇਹ ਪਾਠ ਹੈ ਸ਼ੁੱਧ। ਦੋਹਰਾ ਰਾਖਤ ਇਸੀ ਨਿਮਿਤ ਨਰੇਪ। ਕਹਿੰਦੇ ਜਿਹੜਾ ਨਰੇਪ ਰਾਜਾ ਨਾ, ਹਕੂਮਤ ਦੇ ਮਾਲਕ ਜਿਹੜੇ ਰਾਜੇ ਲੋਕ ਆ, ਇਸੇ ਕਰਕੇ ਜਿਹੜਾ ਇਸੀ ਨਿਮਿਤ ਦਾ ਅਰਥ ਹੁੰਦਾ ਇਸੇ ਲਈ, ਇਸੇ ਕਰਕੇ, ਇਸ ਵਾਸਤੇ। ਇਸੀ ਦਾ ਅਰਥ ਇਸ, ਨਿਮਿਤ ਕਹੀਏ ਲਈ। ਇਸੇ ਲਈ ਰਾਜੇ ਲੋਕ ਰੱਖਦੇ ਆ ਕਿ ਜੋ ਮਾਨਸ ਕੁਲਵੰਤ, ਜਿਹੜੇ ਮਨੁੱਖ ਚੰਗੀ ਕੁਲ ਵਾਲੇ ਆ, ਚੰਗੇ ਖਾਨਦਾਨ ਵਾਲੇ, ਚੰਗੇ ਘਰਾਣੇ ਦੇ ਬੰਦੇ ਹੁੰਦੇ ਆ ਨਾ, ਉਹਨਾਂ ਨੂੰ ਹੀ ਆਪਣਾ ਨੌਕਰ ਰੱਖਦੇ ਰਾਜੇ ਲੋਕ। ਉਹਨਾਂ ਤੇ ਬੁਰਾ ਨਾ ਹੋਤ ਹੈ, ਕਿਉਂਕਿ ਖਾਨਦਾਨੀ ਬੰਦਿਆਂ ਕੋਲੋਂ ਸ਼ੁਰੂ ਤੋਂ ਹੀ ਜਿਹੜਾ ਅਖੀਰ ਦਾ ਕਦੇ ਮਾੜਾ ਕੰਮ ਨਹੀਂ ਹੋ ਸਕਦਾ। ਸਦਾ ਆਦ ਅੰਤ, ਸਦਾ ਹੀ ਸ਼ੁਰੂ ਤੋਂ ਲੈ ਕੇ ਅੰਤ ਤੱਕ ਉਹਨਾਂ ਤੋਂ ਬੁਰਾ ਕੰਮ ਨਹੀਂ ਹੁੰਦਾ। ਉਹਨਾਂ ਨੂੰ ਮਾੜੇ ਕੰਮਾਂ ਤੋਂ ਰੋਕ ਕੇ ਰੱਖਦਾ ਕਿ ਖਾਨਦਾਨੀ ਪ੍ਰਭਾਵ ਵੀ ਜੇ ਮਾੜਾ ਕਰੋ ਖਾਨਦਾਨ ਨੂੰ ਜਿਹੜੀ ਆ ਉਹ ਲੱਜਾ ਲੱਗ ਜਾਣੀ ਹੈ। ਹੁਣ ਤੇ ਨਹੀਂ ਕੋਈ ਇਹੋ ਜਿਹੀ ਗੱਲ ਰਹਿ ਗਈ। ਹੁਣ ਤੇ ਜਿਵੇਂ ਕਹਿੰਦੇ ਨਾ ਸਿਆਣੇ ਖੋਤਾ ਘੋੜਾ ਕੀ ਹੋਇਆ, ਉਹੀ ਹਿਸਾਬ ਕਿਤਾਬ ਆ। ਰਾਜੇ ਇਸੇ ਕਰਕੇ ਆਪਣਾ ਰਾਜਾ ਜਿਹੜਾ ਇਸੇ ਕਰਕੇ ਆਪਣੇ ਕੋਲ ਰੱਖਦਾ ਜੋ ਮਾਨਸ ਕੁਲਵੰਤ, ਪਰ ਚੰਗੀ ਕੁਲ ਖਾਨਦਾਨ ਵਾਲਾ ਰਾਜੇ ਦੀ ਸੋਭਾ ਬਣੀ ਰਹਿੰਦੀ ਉੱਥੇ, ਉਹਦੇ ਨਾਲ ਉਹਦੇ ਬੁਰਾ ਨਾ ਹੋਵਤ ਹੈ, ਉਸ ਤੋਂ ਬੁਰਾ ਨਹੀਂ ਹੁੰਦਾ। ਕਿਉਂਕਿ ਸਦਾ ਆਦ ਅਰੰਤ, ਸਦਾ ਹਮੇਸ਼ਾ ਹੀ ਸ਼ੁਰੂ ਤੋਂ ਲੈ ਕੇ ਅੰਤ ਤੱਕ ਉਹ ਚੰਗਾ ਆਚਰਨ ਰੱਖਦੇ ਆ। ਜੇ ਹੇਰਾ ਫੇਰੀ ਕਰਨਗੇ ਤੇ ਫਿਰ ਖਾਨਦਾਨ ਨੂੰ ਕਲੰਕ ਲੱਗਦਾ, ਜਿਸ ਕਰਕੇ ਡਰਦੇ ਹੀ ਉਹ ਸਹੀ ਤਰੀਕੇ ਨਾਲ ਰਹਿੰਦੇ ਆ। ਅੱਜ ਕੱਲ੍ਹ ਦੀ ਸਰਕਾਰ ਜਿੱਦਾਂ ਵੱਡੇ ਰਾਜੇ ਹੀ ਆ ਤੇ ਉਹਨਾਂ ਦੇ ਸਿਪਾਹੀ ਵੀ ਉਹੋ ਜਿਹੇ ਹੀ ਆ। ਰਾਜੇ ਸੀ ਮੁਕੱਦਮ ਕੁੱਤੇ, ਉਹ ਹੁਣ ਹਾਲ ਹੋਇਆ ਪਿਆ। ਜਿਹੜੇ ਨੌਕਰ ਚਾਕਰ ਤੇ ਕੁੱਤੇ ਬਣ ਗਏ ਤੇ ਰਾਜੇ ਜਿਹੜੇ ਸ਼ੇਰ ਬਣੇ ਹੋਏ ਲੋਕਾਂ ਦਾ ਖੂਨ ਪੀਣ ਵਾਸਤੇ। ਸੈਲ ਸੈਲ ਮਾਨਕ ਨਹੀਂ, ਸੈਲ ਸੈਲ ਪੱਥਰ ਪੱਥਰ, ਪਹਾੜ ਪਹਾੜ, ਪੱਥਰਾਂ ਪੱਥਰਾਂ ਵਿੱਚ, ਪਹਾੜਾਂ ਪਹਾੜਾਂ ਵਿੱਚ ਮਾਨਕ ਪਾਠ ਮੰਮੇ ਕਹਿੰਦਾ ਨੰਨਾ ਕੱਕਾ ਮਾਨਕ ਆ, ਨਾਣੇ ਪਾਠ ਨਹੀਂ ਸਹੀ ਪਾਠ ਮਾਨਕ ਨੰਨੇ ਨਹੀਂ।
ਹਾਂਜੀ, ਇਹ ਕਹਿੰਦੇ ਮਾਨਕ ਮਾਨਕ, ਮਾਨਕ ਕਿਹਦਾ ਰਤਨ, ਲਾਲ ਰੰਗ ਦਾ ਰਤਨ ਜਿਹੜਾ ਹੁੰਦਾ ਉਹਨੂੰ ਕਿਹਦਾ ਮਾਨਕ। ਹਾਂ। ਪੱਥਰ ਪੱਥਰ ਵਿੱਚ ਹਰ ਇੱਕ ਪਹਾੜ ਵਿੱਚ ਭਾਈ ਮਾਨਕਾਂ ਦੀ, ਰਤਨਾਂ ਦੀ, ਲਾਲਾਂ ਦੀ ਖਾਣ ਨਹੀਂ ਹੁੰਦੀ। ਗਜ ਗਜ ਮੋਤੀ ਨਾਹੀ, ਤੇ ਗਜ ਗਜ ਕਹੀਏ ਹਾਥੀ ਹਾਥੀ। ਹਰੇਕ ਹਾਥੀ ਹਾਥੀ ਦੇ ਮੱਥੇ ਦੇ ਉੱਪਰ ਜਿਹੜਾ ਮੋਤੀ ਆ ਉਹ ਨਹੀਂ ਹੁੰਦਾ, ਜਿਹੜਾ ਸਵਾਂ ਦੀ ਬੂੰਦ ਨਾਲ ਪੈਦਾ ਹੋ ਜਾਂਦਾ। ਠੀਕ ਆ ਜੀ। ਹਾਥੀ ਦੇ ਮੱਥੇ ਤੇ ਉਭਰਿਆ ਹੋਇਆ ਗੋਲ ਜਿਹਾ ਮਾਸ ਬਣ ਜਾਂਦਾ, ਉਹਨੂੰ ਮੋਤੀ ਕਿੱਥੇ ਕਹਿੰਦੇ, ਸਵਾਂ ਦੀ ਬੂੰਦ ਨਾਲ ਪ੍ਰਗਟ ਹੋ ਜਾਂਦਾ, ਜਾਂ ਕਈਆਂ ਹਾਥੀਆਂ ਦੇ ਹੋ ਜਾਂਦਾ। ਮਤਲਬ ਹਾਥੀ ਦੇ ਸਿਰ ਉੱਪਰੋਂ ਵੀ ਮੋਤੀ ਨਹੀਂ ਨਿਕਲਦਾ। ਪਹਿਲਾ ਪਾਠ ਹੈਗਾ ਜੇ ਗਜ ਗਜ ਮੋਤੀ ਨਾਹੀਂ, ਤੇ ਕਈ ਥਾਵਾਂ ਤੇ ਪਾਠ ਇਹ ਲਿਖਿਆ ਗਜ ਗਜ ਮੁਕਤਾ ਨਾਹੀਂ। ਮੁਕਤਾ ਵੀ ਅਰਥ ਮੋਤੀ ਹੁੰਦਾ। ਗਜ 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 ਕਹੀਏ ਹਾਥੀ ਦੇ ਮੱਥੇ ਵਿੱਚ ਮੋਤੀ ਨਹੀਂ ਉਭਰਿਆ ਹੋਇਆ, ਤੇ ਪੱਥਰ ਪੱਥਰ ਵਿੱਚ ਮਾਨਕਾਂ ਦੀ ਖਾਣ ਨਹੀਂ ਹੈਗੀ। ਪਹਾੜ ਪਹਾੜ ਵਿੱਚ ਸੌਰ ਕਿਤਾਬੜੀ 'ਚ ਵੀ ਹੁੰਦਾ ਨਾ, ਗਿਰ ਗਿਰ ਮੈਂ ਮਾਨਕ ਨਹੀਂ, ਗਜ ਗਜ ਮੋਤੀ ਨਾਹੀਂ। ਉਹਦੇ ਨਾਲ ਹੀ ਮੇਲ ਖਾਂਦਾ। ਪਹਾੜ ਪਹਾੜ ਵਿੱਚ ਮਾਨਕ ਨਹੀਂ ਹੈਗਾ, ਤੇ ਹਾਥੀ ਹਾਥੀ ਮੋਤੀ ਨਹੀਂ ਹੈਗਾ। ਬਨ ਬਨ ਮੈਂ ਚੰਦਨ ਨਹੀਂ। ਫਿਰ ਹਰੇਕ ਜੰਗਲ ਜੰਗਲ ਵਿੱਚ, ਬਨ ਬਨ ਕਹੀਦਾ ਜੰਗਲ ਜੰਗਲ, ਜੰਗਲ ਜੰਗਲ ਵਿੱਚ ਚੰਦਨ ਦੇ ਜਿਹੜੇ ਦਰਖਤ ਆ ਰੋਕਿਆ ਉਹ ਨਹੀਂ ਹੁੰਦੇ। ਹਰੇਕ ਜੰਗਲ ਵਿੱਚ ਚੰਦਨ ਦੀ ਲੱਕੜ ਨਹੀਂ ਹੁੰਦੀ। ਸਾਧਨ ਪੁਰ ਪੁਰ ਮਾਹੇ। ਹਰ ਨਗਰ ਵਿੱਚ ਉੱਚੇ ਜੀਵਨ ਵਾਲੇ ਜਿਹੜੇ ਨਾ ਗੁਰਮੁਖ ਸਾਧੂ ਸੰਤ ਬੰਦਗੀ ਵਾਲੇ ਉਹ ਨਹੀਂ ਜੇ ਹੁੰਦੇ। ਤਾਂ ਹੀ ਤਾਂ ਲੋਕਾਂ ਨੂੰ ਪਛਾਣ ਨਹੀਂ ਆਉਂਦੀ। ਲੋਕ ਦੇ ਤਾਈਂ ਤੇ ਰੌਲਾ ਪਾਉਂਦੇ, ਤੇ ਵੱਡਾ ਸਾਧ ਪਾਠ ਕਰੀ ਜਾਂਦਾ, ਇਹ ਤੇ ਹੱਥ ਧੋਈ ਜਾਂਦਾ, ਮਰਿਆਦਾ ਕਾਇਮ ਕਰੀ ਜਾਂਦਾ। ਤਾਂ ਹੀ ਲੋਕ ਰੋਂਦੇ ਨਾ, ਕਿਉਂਕਿ ਸਾਧਨਾ ਪੁਰ ਪੁਰ ਮਾਹੇ। ਸਾਧੂ ਪੂਰੀ ਪੂਰੀ 'ਚ ਨਹੀਂ ਨਾ ਹੁੰਦਾ। ਪੁਰ ਪਾਠ ਭਾਨਾ ਪੱਪੇ ਅੰਗੜ ਰਾਰੇ ਸਿਆਰੀ, ਪੁਰ ਪੁਰ ਮਾਹੇ ਪੂਰੀ ਪੂਰੀ ਦੇ ਵਿੱਚ ਨਹੀਂ ਨਾ ਹੁੰਦਾ। ਨਗਰ ਨਗਰ, ਪਿੰਡ ਪਿੰਡ, ਸ਼ਹਿਰ ਸ਼ਹਿਰ ਸਾਧੂ ਨਹੀਂ ਹੁੰਦਾ। ਮਤਲਬ ਕਵੀ ਜੀ ਦਾ, ਰਾਜਾ ਚਾਣਕੇ ਜੀ ਦਾ ਕਹਿਣ ਦਾ ਮਤਲਬ ਆ ਵੀ ਇਹ ਸਭ ਅਮੋਲਕ ਵਸਤੂਆਂ ਆ, ਆਮ ਥਾਵਾਂ 'ਤੇ ਨਹੀਂ ਮਿਲਦੀਆਂ, ਜਿੱਥੇ ਸਾਧ ਨਹੀਂ ਹੁੰਦਾ। ਲੋਕ ਵਿਚਾਰੇ ਹੁਣ ਇਹਨਾਂ, ਜਦੋਂ ਥਾਂ ਸਾਧ ਨਹੀਂ ਹੁੰਦਾ ਪਛਾਣ ਆਉਂਦੀ ਨਹੀਂ ਆ। ਜਿਹੜਾ ਸਾਧੂ ਹੁੰਦਾ ਉਹਦੇ ਨਾਲ ਵੀ ਇਹੋ ਜਿਹਾ ਵਿਹਾਰ, ਜਿਹੜੇ ਨਹੀਂ ਸਾਧੂ ਉਹਨਾਂ ਨਾਲ ਵੀ ਇਹੋ ਜਿਹਾ ਵਿਹਾਰ। ਤਾਂ ਹੀ ਲੋਕਾਂ ਦਾ ਜਿਹੜੀ ਦ੍ਰਿਸ਼ਟੀ ਹੋਈ ਪਈ। ਪਤਾ ਕਿਥੋਂ ਲੱਗੇ, ਵੇਖਿਆ ਹੋਵੇ ਪਤਾ ਲੱਗੇ ਸਾਧੂ ਕੌਣ ਹੁੰਦਾ। ਦੇਸ ਦੇਸ ਮੈਂ ਨਾਰ ਹੈ, ਐਸੀ ਕਿਹੜੀ ਚੀਜ਼ ਦੁਰਲੱਭ ਹੈ ਜੋ ਕਿਤੇ ਵੀ ਨਹੀਂ ਮਿਲਦੀ। ਹੁਣ ਇਹ ਪ੍ਰਸ਼ਨ ਆ, ਉੱਤਰ ਵਿੱਚ ਦੱਸ ਰਹੇ। ਨਾਰ ਇਸਤਰੀ, ਔਰਤ, ਜਨਾਨੀ। ਕਹਿੰਦੇ ਭਾਈ ਹਰੇਕ ਦੇਸ਼ ਵਿੱਚ, ਹਰੇਕ ਦੇਸ਼ ਵਿੱਚ ਨਾ ਜਿਹੜੀ ਨਾਰੀ ਇਸਤਰੀ ਆ ਉਹ ਨਹੀਂ ਮਿਲ ਸਕਦੀ। ਦੇਸ਼ ਦੇਸ਼ ਮੈਂ ਜਾਤ, ਤੇ ਦੇਸ਼ ਵਿੱਚ ਮੈਂ ਗਈ ਵਿੱਚ, ਦੇਸ਼ ਵਿੱਚ ਪਹੁੰਚਿਆ ਨਹੀਂ ਜਾ ਸਕਦਾ। ਜਾਤ ਦਾ ਅਰਥ ਜਾਣਾ। ਦੇਸ਼ ਵਿੱਚ ਜਾਣਾ ਨਹੀਂ ਹੋ ਸਕਦਾ, ਪਹੁੰਚਿਆ ਨਹੀਂ ਜਾ ਸਕਦਾ। ਜਾਂ ਦੇਸ਼ ਮੈਂ ਨਾਰ ਹੈ। ਕਹਿੰਦੇ ਵੀ ਹਰੇਕ ਦੇਸ਼ ਵਿੱਚ ਤੇ ਇਸਤਰੀ ਤੇ ਹੁੰਦੀ ਹੀ ਹੈ। ਉਧਰ ਤੇ ਲੈਣ ਵੀ ਮਿਲ ਨਹੀਂ ਸਕਦੀ, ਉਹ ਵੀ ਗੱਲ ਸਹੀ। ਤੇ ਇਹ ਵੀ ਦੇਸ਼ ਵਿੱਚ ਨਾਰ ਹੈ, ਇਸਤਰੀ ਹੁੰਦੀ ਹੈ।
ਦੇਸ਼ ਦੇਸ਼ ਮੈਂ ਜਾਤ। ਤੇ ਹਰੇਕ ਦੇਸ਼ ਦੇ ਵਿੱਚ ਆਪਣੀ ਜਾਤੀ ਦੇ ਮਨੁੱਖ ਵੀ ਹੁੰਦੇ ਆ। ਜਾਤ ਨਾਮ ਜਾਤੀ ਦਾ ਮਤਲਬ ਮਨੁੱਖ ਜਾਤੀ ਤੇ ਹੈ ਹੀ ਹੈ ਨਾ। ਚਲੋ ਦੂਜੀ ਗੋਤਾਂ ਨੂੰ ਛੱਡੋ, ਮਨੁੱਖ ਜਾਤੀ ਤਾਂ ਹੈ ਹੀ ਹੈ ਨਾ ਦੇਸ਼ ਵਿੱਚ। ਤੇ ਸ਼ਾਦੀ ਕਰਾਉਣ ਲਈ ਹਰੇਕ ਦੇਸ਼ ਵਿੱਚ ਇਸਤਰੀ ਮਿਲ ਸਕਦੀ ਹੈ। ਮਤਲਬ ਦੇਸ਼ ਮੈਂ ਨਾਰ ਹੈ, ਦੇਸ਼ ਮੈਂ ਜਾਤ। ਦੇਸ਼ ਵਿੱਚ ਜਾਤੀ ਹੁੰਦੀ ਤੇ ਦੇਸ਼ ਵਿੱਚ ਇਸਤਰੀ ਹੁੰਦੀ ਹੈ। ਐਸੋ ਦੇਸ਼ ਨਾ ਦੇਖੀਐ ਪਰ ਐਸੋ ਕਹੀਏ ਅਜਿਹਾ ਕੋਈ ਵੀ ਦੇਸ਼ ਜਿਹੜਾ ਆ ਕਹਿੰਦੇ ਨਹੀਂ ਦੇਖੀਏ ਕਿ ਇਹ ਦੇਖੀਦਾ। ਜਹਾਂ ਸਹੋਦਰ ਭਰਾਤ, ਜਿੱਥੇ ਸਹੋਦਰ ਕਹੀਏ ਇੱਕੋ ਮਾਂ ਦੇ ਪੇਟ ਤੋਂ ਪੈਦਾ ਹੋਇਆ, ਭਰਾਤ ਕਹੀਏ ਭਰਾ ਹੋਵੇ। ਹਰ ਇੱਕ ਵਸਤੂ ਸਭ ਥਾਈਂ ਮਿਲ ਹੀ ਜਾਂਦੀ ਹੈ, ਪਰ ਆਪਣਾ ਸਗਾ ਭਰਾ ਆਪਣੇ ਘਰ ਦੇਸ਼ ਤੋਂ ਬਿਨਾਂ ਨਹੀਂ ਮਿਲ ਸਕਦਾ। ਅੱਜ ਕੱਲ੍ਹ ਸਮੇਂ ਨੇ ਐਸੀ ਤਬਦੀਲੀ ਲਈ ਹੋਈ ਹੈ ਕਿ ਭਰਾ ਦਾ ਵੈਰੀ ਬਣਿਆ ਹੋਇਆ। ਹੁਣ ਤੇ ਪੁਰਾਣੇ ਸਮੇਂ ਜਦੋਂ ਰਾਮਚੰਦਰ ਜੀ ਤੇ ਲਛਮਣ ਤੇ ਭਰਤ ਦਾ ਆਪਸ ਵਿੱਚ ਕਿੰਨਾ ਪਿਆਰ ਸੀ। ਵੇਖ ਲਓ ਕਿ ਕਈ ਨੇ ਰਾਮਚੰਦਰ ਨੂੰ ਬਨਵਾਸ ਦਵਾ ਕੇ ਰਾਜ ਭਾਗ ਆਪਣੇ ਛੋਟੇ ਪੁੱਤਰ ਭਰਤ ਵਾਸਤੇ ਰੱਖਿਆ। ਪਰ ਜਦੋਂ ਭਰਤ ਨੇ ਸਭ ਹਾਲ ਸੁਣਿਆ ਤਾਂ ਉਸ ਵੇਲੇ ਆਪਣੀ ਮਾਤਾ ਨੂੰ ਛੱਡ ਕੇ ਤੇ ਰਾਮਚੰਦਰ ਭਗਵਾਨ ਜੀ ਦੇ ਮਗਰ ਹੀ ਜੰਗਲ ਵਿੱਚ ਚਲਿਆ ਗਿਆ ਸੀ ਤੇ ਰਾਜ ਗੱਦੀ ਉੱਪਰ ਪੈਰ ਨਾ ਰੱਖਿਆ, ਸਗੋਂ ਬੜਾ ਵਿਰਾਗ ਕਰਿਆ ਕਰੇ। ਜਦੋਂ ਰਾਮਚੰਦਰ ਭਗਵਾਨ ਜੀ ਨੇ ਮੋੜਿਆ ਸੀ ਤੇ ਉਹਨਾਂ ਦੀ ਖੜਾਵਾਂ ਹੀ ਲਿਆ ਕੇ ਤੇ ਰੱਖ ਦਿੱਤੀਆਂ ਆਸਣ ਦੇ। ਕਿਹਾ ਨਾ ਮੇਰੇ ਭਰਾ ਦਾ ਹੱਕ ਹੈ। ਧੰਨ ਹੈ ਭਰਤ ਭਗਵਾਨ ਜੀ ਦੇ ਭਰਾ। ਰੋਜ਼ ਖੜਾਵਾਂ ਨੂੰ ਮੱਥਾ ਟੇਕ ਦਿਆ ਕਰੇ। ਖੜਾਵਾਂ ਅੱਗੇ ਬੇਨਤੀ ਕਰਕੇ ਲੋਕਾਂ ਦੇ ਫੈਸਲੇ 12-13 ਸਾਲ ਬਨਵਾਸ ਦੇ ਵੇਲੇ ਜਿਹੜਾ ਕਰਦਾ ਰਿਹਾ ਭਰਤ, ਆਪ ਕਦੀ ਗੱਦੀ ਤੇ ਨਹੀਂ ਸੀ ਬੈਠਾ। ਇਸ ਕਰਕੇ ਭਰਾਵਾਂ ਦਾ ਪਿਆਰ ਸੀ। ਹੁਣ ਨਹੀਂ ਭਰਾਵਾਂ ਦਾ ਜਿਹਾ ਪਿਆਰ। ਇਹ ਦੋਹਰੇ ਦਾ ਇੰਨਾ ਮਤਲਬ ਅਸਲੀ ਵੀ ਇਸਤਰੀ ਧੀਆਂ ਪੁੱਤਰ ਤਾਂ ਸਭ ਥਾਂ ਮਿਲ ਜਾਣਗੇ। ਕਿ ਵੀ ਇਸਤਰੀ ਮਿਲ ਗਈ, ਧੀਆਂ ਪੁੱਤਰ ਆਪੇ ਮਿਲ ਜਾਣਗੇ, ਪਰ ਸਗਾ ਭਰਾ ਨਹੀਂ ਮਿਲਦਾ। ਕਿਉਂਕਿ ਲੋਕਾਂ ਦੇ ਮਨ ਵਿੱਚ ਕੌੜਾ ਸੱਚ ਵਸ ਜਾਵੇ ਤੇ ਭਰਾ ਨੂੰ ਧੋਖਾ ਨਾ ਕਰੇ ਤੇ ਇਹ ਪਰਮੇਸ਼ਰ ਅਸਲ ਵਿੱਚ ਇਹੀ ਜਿਹੜਾ ਅੰਮਾ ਜਾਇਆ ਭਰਾ ਸਹੋਦਰ ਹੁੰਦਾ, ਇੱਕ ਮਾਂ ਦੇ ਪੇਟ 'ਚੋਂ ਪੈਦਾ ਹੋਇਆ ਅੰਮਾ ਜਾਇਆ। ਮਾਂ ਅੰਮਾ ਜਾਇਆ ਵੀ ਅੰਮਾ ਮੰਮਾ ਮਾਂ ਨੂੰ ਗਿਆ ਤੇ ਮਾਂ ਆ ਕਹਿੰਦੇ ਨਾ ਆਪਣੀ ਬੋਲੀ ਚੱਲਦੀ ਅੱਜ ਕੱਲ੍ਹ ਪੰਜਾਬ ਵਿੱਚ ਮਾਝੇ 'ਚ ਅੰਮਾ ਜਾਇਆ ਭਰਾ। ਕਿਉਂਕਿ ਮੁਸਲਮਾਨਾਂ ਦਾ ਹੀ ਵਾਸਾ ਸੀ। ਅੰਮਾ ਮੁਸਲਮਾਨ ਹੀ ਕਹਿੰਦੇ ਆ। ਅੰਮਾ ਅੱਬਾ, ਅੰਮਾ ਜਾਇਆ ਵੀ ਮਾਤਾ ਦਾ ਜਾਇਆ ਜਣਿਆ ਭਰਾ, ਸਗਾ ਭਰਾ ਜੇ ਮਿਲ ਜਾਵੇ ਜਹਾਂ ਕਹੀਏ ਜਿੱਥੇ। ਵੈਸੋ ਦੇਸ਼ ਨਾ ਐਸੋ ਦੇਸ਼ ਨਾ ਦੇਖੀਏ, ਉਹੋ ਜਿਹਾ ਦੇਸ਼ ਨਹੀਂ, ਵੈਸਾ ਅਜਿਹਾ ਦੇਸ਼ ਨਹੀਂ ਦੇਖਿਆ ਜਾਂਦਾ। ਇੱਥੇ ਵੈਸੋ ਪਾਠ ਵੀ ਕਈ ਥਾਂ 'ਤੇ ਲਿਖਿਆ ਵੈਸੋ ਦੇਸ਼ ਨਾ ਦੇਖੀਏ, ਵੀ ਉਹ ਜਿਹਾ ਦੇਸ਼ ਨਹੀਂ ਦੇਖੀਦਾ ਜਿੱਥੇ ਭਰਾ ਸਕਾ ਮਿਲ ਜੇ। ਹਰ ਇੱਕ ਦੇਸ਼ ਵਿੱਚ ਇਸਤਰੀ ਤੇ ਮਿਲ ਸਕਦੀ ਹੈ। ਉਸ ਦੇਸ਼ ਮੈਂ ਜਾਤ ਤੇ ਦੇਸ਼ ਵਿੱਚ ਜਾਤ ਜਿਹੜਾ ਵਾ ਜਾਇਆ ਜਾ ਸਕਦਾ। ਅੱਜ ਕੱਲ੍ਹ ਦੀ ਤਰ੍ਹਾਂ ਵੀਜ਼ੇ ਦੇ ਨਾਲ ਪੈਸੇ ਹੋਣੇ ਚਾਹੀਦੇ ਆ। ਹਾਂਜੀ, ਫਿਰ ਦੇਸ਼ ਮੈਂ ਨਾਰ। ਜਾਤ ਦਾ ਅਰਥ ਜਾਇਆ ਜਾ ਸਕਦਾ, ਜਾਣਾ ਹੋ ਸਕਦਾ। ਦੂਜਾ ਅਰਥ ਇਵੇਂ ਵੀ ਦੇਸ਼ ਮੈਂ ਨਾਰ ਹੈ। ਦੇਸ਼ ਵਿੱਚ ਇਸਤਰੀ ਹੈਗੀ ਆ ਤੇ ਉਸ ਨਾਲ ਸ਼ਾਦੀ ਕਰਕੇ ਦੇਸ਼ ਮੈਂ ਜਾਤ ਤੇ ਉਹ ਦੇਸ਼ ਵਿੱਚ ਹੀ ਜਾ ਕੇ ਵਿਆਹ ਕਰਕੇ ਤੇ ਜਾਤ ਧੀਆਂ ਪੁੱਤਰ ਪੈਦਾ ਕੀਤੇ ਜਾ ਸਕਦੇ ਆ। ਜਾਤ ਧੀਆਂ ਪੁੱਤਰ ਪੈਦਾ ਹੋ ਸਕਦੇ ਆ। ਜਾਤ ਦਾ ਅਰਥ ਹੁੰਦਾ ਜਣੇ ਜਾ ਸਕਦੇ, ਪੈਦਾ ਹੋ ਸਕਦੇ।
ਪਰ ਐਸਾ ਦੇਸ਼ ਨਹੀਂ ਵੈਸਾ ਦੇਸ਼ ਨਹੀਂ ਦੇਖੀਦਾ ਜਿੱਥੇ ਭਰਾ ਸਗਾ ਮਿਲ ਜਾਵੇ, ਕਿਉਂਕਿ ਉਹਦੇ ਮਾਤ ਪੇਟ ਤੇ ਹੀ ਹੋਣਾ। ਦੋਹਰਾ ਮੂਰਖ ਨਰ ਕੋ ਛਾੜ ਤੈ, ਮੂਰਖ ਦਾ ਹੰਕਾਰੀ, ਜਿਸ ਨੂੰ ਆਪਣੇ ਭਲੇ ਬੁਰੇ ਦਾ ਪਤਾ ਨਹੀਂ ਹੈ, ਜਮਾਂ ਹੀ ਜੜ ਹੋਇਆ ਰਹਿੰਦਾ ਬੇਸਮਝ। ਬੇਸਮਝ ਮਨੁੱਖ ਦੇ ਕੋਦ ਅਰਥ ਦੇ, ਬੇਸਮਝ ਮਨੁੱਖ ਦੇ ਸਾਥ ਨੂੰ ਛਾੜ ਕੇ ਕਹੀਏ ਤਿਆਗ, ਤਿਆਗ ਕੇ ਉਹਦਾ ਖਹਿੜਾ ਛੱਡ ਦੇਣਾ ਕਰੋ। ਪ੍ਰਗਟ ਦੋ ਪਗ ਪਸ ਇੰਗ, ਜਿਸ ਮੂਰਖ ਨੂੰ, ਮੂਰਖ ਨਰ ਨੂੰ, ਪੁਰਸ਼ ਨੂੰ, ਜਿਹੜਾ ਆਪਣੇ ਚੰਗੇ ਮਾੜੇ ਦਾ ਪਤਾ ਨਹੀਂ ਨਾ ਹੈਗਾ, ਜਿਹੇ ਨੂੰ ਛਾੜ ਦੇ, ਛਾੜ ਕੇ ਛੱਡ ਦੇਣਾ ਕਰੋ। ਛੱਡਣਾ ਹੀ ਭਲਾ ਆ। ਕਾਰਨ ਇਹ ਆ ਕਿ ਉਹ ਜ਼ਾਹਰਾ ਤੌਰ ਤੇ ਨਾ ਪ੍ਰਗਟ ਕਹੀਏ, ਜ਼ਾਹਰੇ ਤੌਰ ਤੇ ਪ੍ਰਗਟ ਤੌਰ ਤੇ ਦੋ ਪਗ, ਦੋ ਪੈਰਾਂ ਵਾਲਾ ਜਿਹੜਾ ਪਸ਼ੂ ਆ, ਤੇ ਦੋ ਪੈਰਾਂ ਵਾਲਾ ਉਹ ਪਸ਼ੂ ਆ। ਜਾਂ ਐਵੇਂ ਵੀ ਦੋ ਪੈਰਾਂ ਵਾਲਾ ਪ੍ਰਗਟ ਦਿਸਣ ਡਿਆ ਵੀ ਉਹ ਮਨੁੱਖੇ ਦਿਸਣ ਡਿਆ, ਪਰ ਅਸਲ ਵਿੱਚ ਉਹ ਦੋ ਪੈਰਾਂ ਵਾਲਾ ਉਹ ਪਸ਼ੂ ਆ, ਕਿਉਂਕਿ ਇੰਗ ਕਹੀਏ ਦੀਆਂ ਨਿਸ਼ਾਨੀਆਂ ਪਸ਼ੂ ਵਾਲੀਆਂ। ਪਸ਼ੂ ਵੀ ਆਪਣਾ ਪ੍ਰਾਣ ਪਛਾਣਦਾ, ਜਦੋਂ ਚੜ੍ਹ ਜੇ ਗੁੱਸਾ ਫਿਰ ਸਿੰਘ ਤਸਾ ਦਿੰਦਾ ਕੱਸ ਕੇ। ਇਸੇ ਤਰ੍ਹਾਂ ਉਹ ਸਮਝ ਲਓ ਮੂਰਖ ਨੂੰ ਪ੍ਰਗਟ ਤੌਰ ਤੇ ਕਿ ਵੇਖਣ ਵਿੱਚ ਦੋ ਪਗ, ਦੋ ਪੈਰਾਂ ਵਾਲਾ ਦਿਸਣ ਡਿਆ ਉਹ, ਪਰ ਇੰਗ ਨਿਸ਼ਾਨੀਆਂ ਉਹਦੀਆਂ ਪਸ਼ੂ ਵਾਲੀਆਂ, ਜਿਹੜਾ ਵੀ ਉਹ ਦੁੱਖ ਦੇਣ ਡਿਆ। ਹਾਂ, ਉਹ ਆਉਂਦਾ ਨਾ ਸ੍ਰੀ ਗੁਰ ਪ੍ਰਤਾਪ ਸੂਦ ਗ੍ਰੰਥ ਵਿੱਚ, ਪਸ਼ੂ ਸਿੰਘ ਬਿਨ ਪਸ਼ੂ ਜਨਮ ਤਿੰਨ, ਉਹਨਾਂ ਦਾ ਜਿਹੜਾ ਜਨਮ ਆ ਪਸ਼ੂ ਆ, ਤੇ ਬਿਨਾਂ ਸਿੰਘਾਂ ਤੇ ਪੂਛ ਤੋਂ ਬਿਨਾਂ ਉਹ ਲੋਕ ਆਏ ਬਾਅਦ ਵਿੱਚ ਸੰਸਾਰ, ਉਹ ਤੇ ਜਿਹੜੇ ਬਾਅਦ ਵਿੱਚ ਝਗੜੇ ਕਰਨ ਵਾਸਤੇ ਸੰਸਾਰ ਵਿੱਚ ਆਏ ਹੋਏ ਮੂਰਖ ਲੋਕ। ਹਾਂਜੀ, ਪਸ਼ੂਆਂ ਦੇ ਸਮਾਨ ਜਾਣਨਾ ਕਰੋ, ਉਹਦਾ ਇਹੋ ਜਿਹਾ ਹਾਲ ਆ। ਜਿਹੜਾ ਇਹੋ ਜਿਹੇ ਬਚਨ, ਕਿਉਂਕਿ ਉਹਦੀ ਹਾਲਤ ਅੱਗੇ ਦੱਸਣ ਲੱਗੇ ਖੋਲ ਕੇ। ਜਿਉਂ ਅਦ੍ਰਿਸ਼ਟ ਕਾਂਟਾ ਚੁਭੈ, ਇਹ ਜਿਹੜਾ ਜਿਉਂ ਪਾਠ ਹੈ ਨਾ, ਜੱਜਾ ਪਾਉਣਾ ਜਈਆ, ਜਈਏ ਨ ਹੋੜਾ ਤੇ ਉੱਤੇ ਬਿੰਦੀ, ਇਵੇਂ ਪਾਠ ਸਹੀ ਆ। ਜੱਜੇ ਸਿਆਰੀ ਉੜੇ ਔਂਕੜ, ਉੱਤੇ ਬਿੰਦੀ। ਪਾਠ ਤੇ ਉਚਾਰਨ 'ਚ ਉਹੀ ਸ਼ੁੱਧ ਜਿਹੜਾ ਗ੍ਰੰਥੀ ਪਾਠ ਆ, ਜੋ ਲਿਖਣਾ ਚਾਹੀਦਾ ਉਹ ਇਹੀ ਪਾਠ ਹੈ। ਕਹਿੰਦੇ ਜਿਉਂ ਅਦ੍ਰਿਸ਼ਟ ਕਾਂਟਾ ਚੁਭੈ, ਅਦ੍ਰਿਸ਼ਟ ਹੁੰਦਾ ਅੱਖੋਂ ਓਹਲੇ, ਦ੍ਰਿਸ਼ਟੀ ਭਾਵ ਸਾਹਮਣੇ, ਆ ਨਾਮ ਸਾਹਮਣੇ ਤੋਂ ਰਹਿਤ ਭਾਵ ਅੱਖੋਂ ਓਹਲੇ, ਅਚਾਨਕ ਹੀ ਬਿਨਾਂ ਦੇਖੇ ਹੀ, ਜਿਹੜਾ ਜਿਹਨੂੰ ਦੇਖਿਆ ਨਹੀਂ ਆ। ਹੁਣ ਉਹਦੀ ਦੱਸਣ ਲੱਗੇ ਆ ਮੂਰਖ ਦੀ ਗੱਲ ਪ੍ਰਮਾਣ ਦੇ ਰਾਹੀਂ। ਕਹਿੰਦੇ ਜਿਵੇਂ ਕਿਤੇ ਬੇਧਿਆਨੇ ਅੱਖੋਂ ਓਹਲੇ, ਤੁਰਦਿਆਂ ਤੁਰਦਿਆਂ ਅਚਨਚੇਤ ਅਚਾਨਕੀ ਪੈਰਾਂ ਵਿੱਚ ਕਾਂਟਾ ਕਹੀਏ, ਕੰਡਾ ਜਾਂ ਜਿਹੜਾ ਚੁੱਭ ਜਾਵੇ, ਚੁਭੇ ਭਾਵ ਚੁੱਭ ਜਾਵੇ, ਤਾਂ ਉਹਦੀ ਪੀੜਾ ਜਿਹੜੀ ਬਹੁਤ ਅਸਹਿ ਹੁੰਦੀ, ਕਿਉਂਕਿ ਸਾਨੂੰ ਪਤਾ ਨਹੀਂ ਸੀ, ਅਚਨਚੇਤ ਹੀ ਲੱਗ ਗਿਆ। ਹਨ ਵਚਨ ਬਹੁਤ ਸਰਿੰਗ, ਤੇ ਉਹ ਬੜਾ ਦੁਖੀ ਕਰਦਾ ਨਾ ਕੰਡਾ। ਇਸੇ ਤਰ੍ਹਾਂ ਕਹਿੰਦੇ ਉਹ ਜਿਹੜਾ ਮੂਰਖ ਹੈ ਨਾ, ਬੋਲ ਕਬੋਲ ਰੂਪ ਜਿਹੜੇ ਬਚਨ ਹੈ ਨਾ ਉਹਦੇ, ਜਿਹੜੇ ਮੂਰਖ ਆਪਣੇ ਬਚਨ ਕਰਦਾ ਬੋਲ ਕਬੋਲ ਰੂਪੀ, ਇਹ ਮਾਨੋ ਸਿੰਘ ਹੀ ਹਨੈ ਮਾਰ ਰਿਹਾ, ਸਿੰਘ ਹੀ ਮਾਰਦਾ। ਉਹ ਵਾਹੋ, ਉਹ ਮੂਰਖ ਜਿਹੜਾ ਸਿੰਘਾਂ ਰੂਪ ਬਚਨਾਂ ਰੂਪੀ ਸਿੰਘ ਹਨੈ ਮਾਰਦਾ ਰਹਿੰਦਾ ਹੈ। ਭਗਤ ਕਬੀਰ ਜੀ ਕਹਿੰਦੇ, ਕਬੀਰ ਮਾਰੀ ਮਾਰੋ ਕਸੰਗ ਕੀ, ਕੇਲੇ ਨਿਕਟ ਜੋ ਬੇਰ,
ਉਹ ਝੂਲੇ ਉਹ ਚੀਰੀਏ, ਸਾਖਤ ਸੰਗ ਨਾ ਹੀਰ। ਇਹੋ ਜਿਹੀ ਸਾਖਤ ਦੀ ਹਾਲ ਮੂਰਖ ਦੀ, ਵੀ ਇੱਕ ਸੰਗੀ ਦੀ ਮਾਰ ਜੀ ਤੇ ਇਹੋ ਵੱਜਦੀ ਜਿਵੇਂ ਕੇਲੇ ਨੇੜੇ ਬੇਰੀ ਲਾਗੇ ਕੇਲੇ ਦਾ ਪੇੜ ਹੋ ਜੇ, ਤੋ ਕੇਲਾ ਵਿਚਾਰਾ ਝੂਲਦਾ ਜਾਂ ਬੇਰੀ ਝੂਲਦੀ, ਦੋਵੇਂ ਝੂਲਦੇ ਤੇ ਉਹ ਫਿਰ ਕੇਲੇ ਦੇ ਪੱਤੇ 'ਚ ਕੰਡੇ ਖੁੱਭ ਜਾਂਦੇ, ਉਹ ਗਾਂਹ ਪਛਾਂ ਝੂਲਦਿਆਂ ਦੇ ਚੀਰੇ ਜਾਂਦੇ ਪੱਤੇ। ਸਾਗ ਦਾ ਸੰਗ ਵੀ ਇਸੇ ਤਰ੍ਹਾਂ ਵੇਖ ਲਓ ਕਿੰਨਾ ਦੁਖੀ ਕੇਲੇ ਨੂੰ ਕਰਦਾ ਉਹ। ਬੇਰੀ ਦਾ ਝੂਲਣ ਦਾ ਹੀ ਵਿਚਾਰੀ ਨੂੰ ਇੰਨਾ ਦੁੱਖ ਮਿਲਦਾ ਕੇਲੇ ਨੂੰ। ਕੇਲੇ ਦੇ ਪੱਤੇ ਵੱਡੇ, ਬੇਰੀ ਦੇ ਕੰਡੇ ਚੁੱਭ ਕੇ ਉਹਨੂੰ ਪਾੜੀ ਜਾਂਦੇ। ਇਸ ਪ੍ਰਕਾਰ ਭਗਤ ਕਬੀਰ ਜੀ ਦਾ ਵੀ ਕਹਿਣਾ ਹੈ ਕਿ ਜਿਵੇਂ ਅਦ੍ਰਿਸ਼ਟ ਅੱਖੋਂ ਵਾਲੇ ਕੰਡਾ ਚੁੱਭ ਜੇ ਨਾ, ਹਾਨੇ ਵਚਨ ਬਹੁਤ ਸਰਿੰਗ, ਤੇ ਮੂਰਖ ਕੀ ਕਰਦਾ, ਸਿੰਘ ਵਚਨਾਂ ਰੂਪੀ ਸਿੰਘ ਵਾਰਦਾ, ਬੋਲ ਬੋਲ ਬੋਲੀ ਜਾਂਦਾ ਆਵਾ ਤਾਵਾ, ਉਹਦਾ ਕੰਮ ਹੀ ਇਹੋ। ਤਾਂ ਹੀ ਗੁਰਬਾਣੀ 'ਚ ਲਿਖਿਆ, ਮੂਰਖ ਗੰਢ ਪਵੈ ਮੋਹਿ ਮਾਰ। ਮੂਰਖ ਦੇ ਗੰਢ ਪ੍ਰੀਤੀ ਪੈਂਦੀ ਤੇ ਮੂੰਹ ਦੇ ਚਪੇੜ ਵੱਜੇ, ਹੋਰ ਨਹੀਂ ਕੋਈ ਤਰੀਕਾ। ਮੂਰਖ ਦੀ ਦਵਾਈ ਤੇ ਕੋਈ ਨਹੀਂ ਲਿਖੀ, ਪ੍ਰੀਤੀ ਪੈ ਜਾਂਦੀ ਉਹਨਾਂ ਪਿੱਛੇ ਲਿਖਿਆ ਦਵਾਈ ਕੋਈ ਹੈ ਨਹੀਂ। ਗੁਰੂ ਘਰ 'ਚ ਲਿਖਿਆ ਦਵਾਈ ਡਾਂਗ ਤੇ ਚਪੇੜ। ਪੁੱਤਰ ਸੌਂਪੀਐ ਤਾਗੇ ਕੋ। ਹੁਣ ਬੱਚੇ ਨੂੰ ਕਿਸ ਪਾਸੇ ਲਾਉਣਾ ਚਾਹੀਦਾ ਤੇ ਕਿਹਨੂੰ ਸੌਂਪਣਾ ਚਾਹੀਦਾ, ਇਹ ਦੱਸਣ ਲੱਗੇ। ਕਹਿੰਦੇ ਪੁੱਤਰ ਜਿਹੜਾ ਨਾ, ਪੁੱਤਰ ਦੇ ਭਲੇ ਵਾਸਤੇ ਉਸ ਨੂੰ ਕਿਸੇ ਪੜ੍ਹੇ ਲਿਖੇ ਉਸਤਾਦ ਨੂੰ ਸੌਂਪ ਦੇਣਾ ਚਾਹੀਦਾ। ਤਾਗੇ ਨਾਮ ਦਾ ਵਿਦਵਾਨ ਦਾ, ਉਸਤਾਦ ਦਾ, ਵਧੀਆ ਟੀਚਰ, ਗਿਆਨਵਾਨ, ਤਤ ਗਿਆਨੀ ਮਹਾਂਪੁਰਸ਼ ਨੂੰ ਸੌਂਪਣਾ ਚਾਹੀਦਾ। ਤੌਕਾ ਪਾਠ ਵੀ ਇੱਥੇ ਪਾਠ ਅੰਤਰ ਭੇਦ ਹੈਗਾ। ਪੁੱਤਰ ਸੌਂਪੀਐ ਤੌਕਾ ਕੋ ਤੱਤੇ ਕੇ ਨੌੜਾ ਕਕੇ ਕਨਾ। ਤੌਕਾ ਨਾਮ ਵੀ ਗਿਆਨੀ ਦਾ ਹੀ, ਵਿਦਵਾਨ ਦਾ ਹੀ। ਤੱਗ ਪਾਠ ਹੀ ਮੁੱਖ ਸਹੀ। ਪੁੱਤਰ ਦੇ ਚਾਣ ਕੇ ਰਿਸ਼ੀ ਜੀ ਕਹਿੰਦੇ ਆ ਵੀ ਪੁੱਤਰ ਜਿਹੜਾ ਨਾ, ਉਹਦੇ ਭਲੇ ਵਾਸਤੇ ਉਹਨੂੰ ਥਾਂ ਥਾਂ ਨਾ ਸੁੱਟ ਦਈਏ, ਸਗੋਂ ਕਿਸੇ ਪੜ੍ਹੇ ਲਿਖੇ ਤਤ ਗਿਆਨੀ ਵਿਦਵਾਨ ਉਸਤਾਦ, ਜਾਂ ਸਾਡੇ ਲੋਕਾਂ ਅੱਜ ਕੱਲ੍ਹ ਵਾਲਿਆਂ ਵਾਸਤੇ ਭਾਈ ਵਧੀਆ ਟੀਚਰ ਕੋ ਦਾ ਅਰਥ ਨੂੰ ਵਧੀਆ ਟੀਚਰ ਨੂੰ ਸੌਂਪ ਦੇਣਾ ਚਾਹੀਦਾ ਹੈ। ਹਵਾਲੇ ਕਰੀਏ ਜਿਹੜਾ ਉਹਨੂੰ ਚੰਗਾ ਪੜ੍ਹਾ ਲਿਖਾ ਸਕੇ। ਤਾਂ ਹੋਵੇ ਬੁੱਧਵਾਨ, ਤਾਂ ਕਹੀਏ ਤਦੋਂ ਹੀ ਜਾਂ ਤਦ ਹੀ ਉਹ ਬੁੱਧੀ ਵਾਲਾ, ਅਕਲ ਵਾਲਾ, ਗੁਣੀ ਪੁਰਸ਼, ਚੰਗਾ ਵਿਦਵਾਨ, ਸ੍ਰੇਸ਼ਟ ਬੁੱਧੀ ਵਾਲਾ ਹੋ ਸਕਦਾ। ਜੇ ਅਗਲੇ ਬਨੇ ਤਤ ਗਿਆਨੀ ਹੋ ਜੇ, ਗੁਰੂ ਜਿਨ੍ਹਾਂ ਕਾ ਅੰਧਲਾ ਚੇਲੇ ਨਾਹੀ ਠਾਓ, ਗੁਰੂ ਜਿਨ੍ਹਾਂ ਕਾ ਅੰਧਲਾ ਸਿੱਖ ਵੀ ਅੰਧੇ ਕਰਮ ਕਰੇਣ। ਜੇ ਅਗਲੇ ਬਨੇ ਉਸਤਾਦ ਵਿਦਵਾਨ ਗਿਆਨੀ ਟੀਚਰ ਅਕਲਾ ਜਿਹਾ ਹੋਊਗਾ, ਤੇ ਫਿਰ ਉਹੋ ਜਿਹੀ ਸ਼ਿਸ਼ ਨੂੰ ਜਿਹੜੀ ਅਕਲ ਆਉਣੀ ਹੈ। ਇਸ ਕਰਕੇ ਪੁੱਤਰ ਨੂੰ ਚੰਗੇ ਥਾਂ ਸੌਂਪੋ ਜਿੱਥੇ ਫਿਰ ਉਹ ਬੁੱਧੀ ਵਾਲਾ ਹੋ ਜਾਊਗਾ, ਅਕਲ ਵਾਲਾ ਹੋ ਜੂ, ਗੁਣੀ ਗਿਆਨੀ ਹੋ ਜਾਊਗਾ। ਪੂਜ ਹੋਏ ਸਭ ਜਗਤ ਮੈਂ। ਉਸ ਪੁੱਤਰ ਦੀ ਵੀ ਸੁਣ ਲਓ ਵੀ ਸਿਆਣੇ ਬੰਦੇ ਕੋਲ ਬੈਠਣ ਨਾਲ ਉਹ ਦੁਨੀਆ ਵਿੱਚ ਜਿਹੜਾ ਪੂਜ ਹੋਏ, ਆਦਰ ਮਾਣ ਵਾਲਾ, ਪੂਜਣ ਯੋਗ, ਸਤਿਕਾਰਯੋਗ ਹੋ ਜਾਵੇਗਾ। ਹਰ ਪਾਵੇ ਸਨਮਾਨ, ਅਤੇ ਸਭ ਥਾਈਂ ਸਨਮਾਨ, ਇੱਜ਼ਤ, ਅਬਰੂ ਜਿਹੜੀ ਹੈ ਜੈ ਜੈਕਾਰ ਉਹਨੂੰ ਮਿਲੇਗੀ, ਉਹ ਪਾਵੇਗਾ। ਠੀਕ ਹੈ, ਸਨਮਾਨ ਪਾਊ ਸਾਰੇ ਥਾਂ ਹੀ, ਤੇ ਪੂਜਾ ਹੋਊਗੀ ਜਗਤ ਵਿੱਚ। ਇਸੇ ਤਰ੍ਹਾਂ ਮਾਂ ਪਿਓ ਦੀ ਸਾਰੇ ਸੰਸਾਰ ਵਿੱਚ ਪੂਜਾ ਹੋਊਗੀ, ਤੇ ਸਨਮਾਨ ਪਾਉਣਗੇ ਮਾਂ ਪਿਓ ਵੀ, ਪਿਤਾ ਮਾਤਾ ਵੀ ਸਨਮਾਨ ਪਾਵੇਗਾ, ਤੇ ਉਹ ਬੱਚਾ ਤੇ ਪਾਏਗਾ ਹੀ ਪਾਏਗਾ। ਇਸ ਕਰਕੇ ਪੁੱਤਰ ਨੂੰ ਚੰਗੇ ਥਾਂ ਸੌਂਪੀਏ ਤਾਂ ਜੋ ਅਕਲ ਵਾਲਾ ਹੋ ਜੇ, ਇੱਕ ਬੁੱਧਾ ਹੀ ਨਾ ਕਿਤੇ ਹੋ ਜੇ, ਇਹੋ ਜਿਹੀ ਥਾਂ ਪਾ ਦਈਏ। ਮਾਰੇ ਕਿਰਪਾ ਕਰੇ, ਇੱਥੇ ਆਪਾਂ ਅੱਜ ਸਮਾਪਤੀ ਕਰੀਏ। ਸ਼ਾਇਦ ਗੁਰੂ ਮਾਰੀ ਕਿਰਪਾ ਰਹੇਗੀ ਤਾਂ ਕੱਲ ਇਹਦੀ ਆਪਾਂ ਸਮਾਪਤੀ ਕਰ ਦੇਵਾਂ। ਜਿੱਥੇ ਹੁਣ ਸਮਾਪਤੀ ਕਰੀਏ, ਭੁੱਲਾਂ ਚੁੱਕਾਂ ਦੀ ਖਿਮਾ ਜੀ।
ਪੁੱਤਰ ਸੌਂਪੀਐ ਤਗ ਕੋ ਤਉ ਹੋਵੈ ਬੁੱਧਵਾਨ। ਪੂਜ ਹੋਏ ਸਭ ਜਗਤ ਮੈਂ ਅਰ ਪਾਵੈ ਸਨਮਾਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।